ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰ ਕੀ ਸਾਖੀ ਅੰਮ੍ਰਿਤ ਭਾਖੀ, ਸੱਚੇ ਸ਼ਬਦ ਸੱਚ ਸੁਭਾਖੀ। ਗੁਰ ਕੀ ਸਾਖੀ ਅੰਮ੍ਰਿਤ ਭਾਖੀ, ਸੱਚਾ ਸ਼ਬਦ ਸੱਚ ਸੁਭਾਖੀ। ਸਦਾ ਸੱਚ ਰੰਗ ਰਾਤਾ ਮਨ ਮੇਰਾ, ਸੱਚੇ ਸੱਚ ਸਮਾਇਂਦਾ। ਸਦਾ ਸੱਚ ਰੰਗ ਰਾਤਾ ਮਨ ਮੇਰਾ, ਸੱਚੇ ਸੱਚ ਸਮਾਇਂਦਾ। ਜੀਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਾਂ ਕਰੀ ਵਖਿਆ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਾਂ ਕਰੀ ਵਖਿਆ। ਸੋਹੀ ਮਹੱਲਾ ਪੰਜਵਾਂ, ਘਰ ਤੀਜਾ ਇੱਕ ਓੰਕਾਰ। ਸਤਿਗੁਰ ਪ੍ਰਸਾਦ, ਸੇਵਾ ਥੋਰੀ ਮੰਗਣ ਬਹੁਤਾ। ਮਹਿਲ ਨਾ ਪਾਵੈ ਕਹਿ ਤੋ ਪਉਤਾ। ਜੋ ਪ੍ਰਿਯ ਮਾਨੈ ਤਿਨ ਕੀ ਰੀਸਾ, ਕੂੜੇ ਮੂਰਖ ਕੀ ਹਾਟੀਸਾ। ਰਹਾਉ ਸੇਵਾ ਥੋਰੀ ਮੰਗਣ ਬਹੁਤਾ। ਮਹਿਲ ਨਾ ਪਾਵੈ ਕਹਿ ਤੋ ਪਉਤਾ। ਜੋ ਪ੍ਰਿਯ ਮਾਨੈ ਤਿਨ ਕੀ ਰੀਸਾ, ਕੂੜੇ ਮੂਰਖ ਕੀ ਹਾਟੀਸਾ। ਰਹਾਉ ਭੇਖ ਦਿਖਾਵੈ ਸੱਚ ਨਾ ਕਮਾਵੈ, ਕਹਿ ਤੋ ਮਹਿਲੀ ਨਿਕਟ ਨਾਵੈ। ਅਤੀਤ ਸਦਾਏ ਮਾਇਆ ਕਾ ਮਾਤਾ, ਮਨ ਨਹੀਂ ਪ੍ਰੀਤ ਕਹੈ ਮੁਖ ਰਾਤਾ। ਕਹੋ ਨਾਨਕ ਪ੍ਰਭ ਬਿਨੋ ਸੁਣੀਜੈ, ਕੁਚਲ ਕਠੋਰ ਕਾਮੀ ਮੁਕਤ ਕੀਜੈ। ਦਰਸ਼ਨ ਦੇਖੇ ਕੀ ਵਡਿਆਈ, ਤੁਮ ਸੁਖ ਦਾਤੇ ਪੁਰਖ ਸੁਭਾਈ। ਰਹਾਉ ਦੂਜਾ ਪਰਮ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ, ਸਾਹਿਬਾਂ ਦੀ ਪਾਵਨ ਪਵਿੱਤਰ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵੱਡੇ ਭਾਗਾਂ ਵਾਲੇ ਹਾਂ ਆਪਾਂ ਸਾਰੇ, ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰੂ ਮਹਾਰਾਜ ਜੀ ਦੀ ਬਾਣੀ ਦੀ ਲੜੀਵਾਰ ਵਿਚਾਰ ਜੋ ਸੋਹੀ ਰਾਗ ਤੱਕ ਪਹੁੰਚੀ ਹੈ। ਪੰਚਮ ਪਾਤਸ਼ਾਹ ਦੇ ਸ਼ਲੋਕ ਹਨ, ਜਿਨ੍ਹਾਂ ਦੀ ਵਿਚਾਰ ਪਿੱਛੇ ਪੰਚਮ ਪਾਤਸ਼ਾਹ ਦੇ ਹੀ 6 ਸ਼ਬਦ ਪੂਰੇ ਹੋਏ ਸਨ। ਤੇ ਹੁਣ ਇਹ ਦੂਜੇ ਘਰ 'ਚ ਸ਼ਬਦਾਂ ਦੀ ਵਿਚਾਰ ਹੋਈ ਸੀ ਪਿੱਛੇ। ਆ ਜਿਹੜੀ ਹੈ ਹੁਣ ਤੀਜੇ ਘਰ ਦੇ ਵਿੱਚ ਸ਼ਬਦਾਂ ਦੀ ਵਿਚਾਰ ਹੈ। ਪੰਚਮ ਪਾਤਸ਼ਾਹ ਦੇ ਹੀ ਸ਼ਬਦ ਹਨ। ਸੋ ਆਓ ਮਹਾਰਾਜ ਸਭ ਤੋਂ ਪਹਿਲਾਂ ਮੰਗਲ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਦੋਂ ਮਹਾਰਾਜ ਮੰਗਲ ਕਰਦੇ ਹਨ, ਇੱਕ ਅਦੁੱਤੀ ਪਰਮੇਸ਼ਰ ਪਰਮਾਤਮਾ ਜੋ
ਏਕੰਕਾਰ ਸਰੂਪ ਹੋ ਕੇ ਤਿੰਨੋਂ ਗੁਣਾਂ ਦੇ ਉੱਤੇ ਜੋ ਸੰਸਾਰ ਦੀ ਰਚਨਾ ਰਚੀ ਹੋਈ ਹੈ ਓਂਕਾਰ ਸਰੂਪ, ਉਸ ਦੇ ਉੱਤੇ ਇੱਕ ਮਾਲਕ ਦੀ ਹੀ ਛਤਰ ਛਾਇਆ ਹੈ, ਜਿਸ ਨੂੰ ਇੱਕ ਓਂਕਾਰ ਸ਼ਬਦ ਦੇ ਦੁਆਰਾ ਸੰਬੋਧਨ ਕਰਦੇ ਹਨ। ਫਿਰ ਕਹਿੰਦੇ ਸਤਿਗੁਰ ਪ੍ਰਸਾਦ। ਜੀਵਨ ਵਿੱਚ ਜਦੋਂ ਵੀ ਰੱਬ ਦੀ ਪ੍ਰਾਪਤੀ ਹੁੰਦੀ ਹੈ ਸਤਿਗੁਰ ਦੀ ਬਖਸ਼ਿਸ਼ ਨਾਲ ਹੀ ਹੁੰਦੀ ਹੈ। ਉਹਨਾਂ ਦਾ ਅਰਥ ਜਾਣਿਓ ਪਹਿਲਾਂ ਕਿ ਜੀਵਨ ਵਿੱਚ ਘਟ ਬੈਠੇ ਰੱਬ ਜੀ ਜਦੋਂ ਬਾਣੀ ਰਾਹੀਂ ਜਿਹੜੀ ਭਾਸ਼ਾ ਕੋਈ ਵੀ ਮਨੁੱਖ ਬੋਲਦਾ ਹੈ, ਉਸ ਭਾਸ਼ਾ ਦੇ ਦੁਆਰਾ, ਬਾਣੀ ਦੁਆਰਾ ਰੱਬ ਉਸ ਨੂੰ ਰਾਸਤੇ ਵਿੱਚ ਰੱਖਦੇ ਹਨ, ਰਾਸਤੇ ਪਾਉਂਦੇ ਹਨ। ਰਾਸਤਾ ਕਿਹੜਾ ਹੈ ਕਿ ਸੰਸਾਰ ਦੇ ਹਰ ਕੰਮ ਰੱਬ ਕਰਦੇ ਨੇ ਤੇ ਰੱਬ ਦੇ ਕੀਤੇ ਨੂੰ ਬੰਦੇ ਨੇ ਘਟ ਬੈਠੇ ਰੱਬ ਦੇ ਨਾਲ ਮਿਲ ਕੇ ਆਪਣੇ ਆਪ ਨੂੰ ਸਮਾਉਂਦੇ ਰਹਿਣਾ, ਆਪਣੇ ਆਪ ਨੂੰ ਜਨਾਉਣਾ ਨਹੀਂ, ਕਿਉਂਕਿ ਰੱਬ ਹੀ ਉਸ ਦੇ ਵਿੱਚੋਂ ਜਨਾਇਆ ਜਾਂਦਾ ਹੈ, ਰੱਬ ਹੀ ਇਸ ਮਨੁੱਖ ਨੂੰ ਜਨਾਉਂਦਾ ਹੈ। ਸੱਚੇ ਪਾਤਸ਼ਾਹ ਘਟ ਬੈਠੇ ਮਾਲਕ ਐਸੀ ਅਵਸਥਾ ਹਰੇਕ ਪ੍ਰਾਣੀ ਦੇ ਵਿੱਚੋਂ ਮਹਾਰਾਜ ਵਰਤਾਉਂਦੇ ਹਨ, ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਸਭੈ ਘਟ ਰਾਮ ਬੋਲੇ। ਰੱਬ ਜੀ ਰਮੇ ਹੋਏ ਜਿਹੜੇ ਮਾਲਕ ਨੇ, ਜਿਨ੍ਹਾਂ ਨੇ ਸ੍ਰਿਸ਼ਟੀ ਬਣਾਈ ਹੈ ਤੇ ਜੋ ਬਣਾ ਕੇ ਚਲਾ ਰਹੇ ਨੇ, ਉਹ ਸਾਰੀ ਸ੍ਰਿਸ਼ਟੀ ਦੇ ਵਿੱਚ ਰਮੇ ਹੋਏ ਨੇ, ਹਰ ਮਨੁੱਖ ਦੇ ਵਿੱਚ ਰਮੇ ਹੋਏ ਨੇ ਤੇ ਹਰ ਮਨੁੱਖ ਦੇ ਵਿੱਚੋਂ ਉਹ ਰਾਸਤਾ ਪਾਉਂਦੇ ਨੇ, ਦਿੰਦੇ ਨੇ। ਕਹਿੰਦੇ ਭਾਈ ਮਨੁੱਖ ਨੂੰ ਰਾਸਤਾ ਬਖਸ਼ਿਸ਼ ਕਰਦੇ ਨੇ। ਬੰਦੇ ਨੇ ਘਟ ਬੈਠੇ ਰੱਬ ਨਾਲ ਮਿਲਣਾ, ਘਟ ਬੈਠੇ ਰੱਬ ਦੀ ਉਸਤਤ ਕਰਨੀ ਹੈ ਤੇ ਸੰਸਾਰ ਵਿੱਚ ਵਿਚਰਦਿਆਂ ਹੋਇਆਂ, ਜੀਵਨ ਦੀ ਆਯੂ ਭੋਗਦਿਆਂ ਹੋਇਆਂ ਰੱਤੀ ਮਾਤਰ ਵੀ ਕਿਤੇ ਭੁੱਲ ਕੇ ਨਹੀਂ ਕਹਿਣਾ ਮੈਂ ਕੁਝ ਕੀਤਾ ਹੈ। ਐਸੀ ਮਤ ਗੁਰਮਤ ਅਨੁਸਾਰ ਧਾਰਨ ਕਰਨਾ ਤੇ ਜਿਨ੍ਹਾਂ ਨੂੰ ਐਸੀ ਮਤ ਮਾਲਕ ਸਮਤ ਬਖਸ਼ਿਸ਼ ਕਰਦੇ ਹਨ ਗੁਰਮਤ ਅਨੁਸਾਰ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਭਾਈ ਇਹਨਾਂ ਦੇ ਅੰਦਰ ਸਤਿਗੁਰ ਪ੍ਰਗਟ ਹੋ ਗਏ। ਉਹਨਾਂ ਨੂੰ ਅਸੀਂ ਕਹਿੰਦੇ ਹਾਂ, ਮਹਾਰਾਜ ਨਾਨਕ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖੇ ਹੁਣ ਕਰ ਪ੍ਰਗਟ ਆਖ ਸੁਨਾਇਆ। ਸਤਿਗੁਰ ਮਿਲੀਏ ਸਦਾ ਮੁਕਤ ਹੈ। ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਉਦੋਂ ਤੋਂ ਜਿਨ੍ਹਾਂ ਨੂੰ ਸਤਿਗੁਰ ਮਿਲੇ, ਜਿਨ੍ਹਾਂ ਦੇ ਅੰਦਰ ਘਟ ਬੈਠੇ ਰੱਬ ਦੀ ਬਾਣੀ ਦੇ ਉੱਤੇ ਮਨ ਦੇ ਵਿੱਚ ਪ੍ਰਤੀਤੀ ਆਈ, ਤੇ ਉਹ ਜਿਹੜੀ ਪ੍ਰਤੀਤੀ ਆਉਣੀ ਹੈ ਐਸਾ ਜਾਣਨਾ ਕਿ ਰੱਬ ਨੇ ਹੀ ਪ੍ਰਤੀਤੀ ਬਖਸ਼ਿਸ਼ ਕੀਤੀ ਹੈ, ਨਹੀਂ ਤਾਂ ਮੈਨੂੰ ਨਾ ਆਉਂਦੀ। ਐਸੀ ਅਵਸਥਾ ਨੂੰ ਸਤਿਗੁਰ ਸ਼ਬਦ ਨਾਲ ਸੰਬੋਧਨ ਕਰਦੇ ਹੋਏ ਕਹਿੰਦੇ ਭਾਈ ਸਤਿਗੁਰ ਪ੍ਰਸਾਦ, ਇਹਦੇ ਚਰਨੀ ਲੱਗਣਾ, ਇਸ ਸ਼ਬਦਾਂ ਦੇ ਚਰਨੀ ਲੱਗ ਕੇ ਜੀਵਨ ਦੇ ਵਿੱਚ ਕਿਰਪਾ ਦੇ ਪਾਤਰ ਬਣਨਾ। ਸੋ ਜੀਵਨ ਵਿੱਚ ਜਿਨ੍ਹਾਂ ਨੂੰ ਸਤਿਗੁਰ ਪ੍ਰਸਾਦ ਪ੍ਰਾਪਤ ਹੋਇਆ, ਕਹਿੰਦੇ ਭਾਈ ਫਿਰ ਉਹ ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਕਹਿੰਦੇ ਨੇ, ਤੇ ਰੱਬ ਦੀ ਬੰਦਗੀ ਆਪਣੇ ਵਿੱਚੋਂ ਜਿਸ ਵੇਲੇ ਕੋਈ ਕਿਰਿਆ ਹੁੰਦੀ ਹੈ ਸਾਚੀ ਬਾਣੀ ਕਰਮ ਕਰੇ, ਅੰਦਨ ਨਾਮ ਧਿਆਏ, ਫਿਰ ਉਹ ਨਿਤਾ ਪ੍ਰਤੀ ਘਟ ਬੈਠੇ ਰੱਬ ਦਾ ਜ਼ਿਕਰ ਕਰਦੇ ਨੇ, ਉਹਨਾਂ ਦਾ ਹੀ ਨਾਮ ਲੈਂਦੇ ਨੇ। ਸੋ ਐਸੀ ਅਵਸਥਾ ਜਿਨ੍ਹਾਂ ਨੂੰ ਪ੍ਰਾਪਤ ਹੋਈ, ਉਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪ੍ਰਕਾਸ਼ ਹੋਈ ਹੈ। ਭਾਈ ਸੱਚੇ ਪਾਤਸ਼ਾਹ ਕਹਿੰਦੇ ਹੁਣ ਆਹ ਸ਼ਬਦ ਜਿਹੜਾ ਉਚਾਰਨ ਹੋ ਰਿਹਾ ਹੈ ਸਤਿਗੁਰ ਪ੍ਰਸਾਦ ਦੀ ਕਿਰਪਾ ਦੇ ਦੁਆਰਾ ਹੀ ਪੰਚਮ ਪਾਤਸ਼ਾਹ ਦੇ ਵਿੱਚੋਂ ਘਟ ਬੈਠੇ ਮਾਲਕ ਸਾਨੂੰ ਜੀਵ ਰੂਪੀ ਇਸਤਰੀਆਂ ਨੂੰ, ਜੀਵ ਰੂਪੀ ਪ੍ਰਾਣੀਆਂ ਨੂੰ ਰਾਹ ਪਾ ਰਹੇ ਹਨ। ਹੁਕਮ ਨੂੰ ਵਿਚਾਰੀਏ ਸੱਚੇ ਪਾਤਸ਼ਾਹ ਕੀ ਫਰਮਾਨ ਕਰ ਰਹੇ ਹਨ ਜੀ। ਸੇਵਾ ਥੋਰੀ ਮੰਗਣ ਬਹੁਤਾ, ਮਹਿਲ ਨਾ ਪਾਵੈ ਕਹਿ ਤੋ ਬਹੁਤਾ। ਹਰੇਕ ਬੰਦੇ ਦੇ ਵਿੱਚ ਗਿਆਨ ਨਾ ਹੋਣ ਕਾਰਨ
ਜਿਨ੍ਹਾਂ ਜਿਨ੍ਹਾਂ ਵਿੱਚ ਗਿਆਨ ਹੈ ਉਹ ਤਾਂ ਘਟ ਬੈਠੇ ਮਾਲਕ ਦੇ ਵਿੱਚ ਹੀ ਸਮਾਉਂਦੇ ਨੇ। ਕਿਵੇਂ ਕਿ ਜਦੋਂ ਵੀ ਸੰਸਾਰ ਦੇ ਵਿੱਚ ਸੇਵਾ ਕਰਦੇ ਨੇ ਤੇ ਉਹ ਰੱਬ ਦੀ ਕਰਦੇ ਨੇ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ। ਆਪਣੇ ਵਿੱਚ ਵੀ ਰੱਬ ਨੂੰ ਦੇਖਦੇ ਨੇ, ਉਹਨਾਂ ਨੂੰ ਦੂਜੇ ਵਿੱਚ ਵੀ ਰੱਬ ਦੇ ਦਰਸ਼ਨ ਹੁੰਦੇ ਨੇ। ਉਹ ਫਿਰ ਆਪਣੇ ਵਿੱਚੋਂ ਵੀ ਕੀਤੇ ਹੋਏ ਨੂੰ ਰੱਬ ਦਾ ਕੀਤਾ ਕਹਿੰਦੇ ਨੇ ਤੇ ਦੂਜੇ ਵਿੱਚੋਂ ਵੀ ਕੀਤੇ ਹੋਏ ਨੂੰ ਰੱਬ ਦਾ ਹੀ ਕੀਤਾ ਕਹਿੰਦੇ। ਐਸੀ ਸੇਵਾ ਕਮਾਉਂਦਿਆਂ ਹੋਇਆਂ ਉਹ ਜੀਵਨ ਵਿੱਚ ਰੱਬ ਨਾਲ ਇਕਮਿਕ ਹੁੰਦੇ ਨੇ। ਪਰ ਜਿਹੜਾ ਸੰਸਾਰ ਦਾ ਜਿਹੜਾ ਆਮ ਜੀਵ ਹੈ, ਜਿਹਨੂੰ ਮਹਾਰਾਜ ਕਹਿੰਦੇ ਭਗਤਾ ਤੇ ਸਹਿ ਸਾਰੀਆਂ ਜੋੜ ਕਦੇ ਨਾ ਆਇਆ, ਜਿਹੜਾ ਆਮ ਮਨੁੱਖ ਹੈ, ਜਿਹਨੂੰ ਹਾਲੇ ਗਿਆਨ ਦੇ ਉੱਤੇ ਪ੍ਰਤੀਤੀ ਨਹੀਂ ਹੈ, ਜਿਹਨੂੰ ਹਾਲੇ ਗਿਆਨ ਨਹੀਂ ਹੋਇਆ, ਉਹਦੇ ਮਨ ਦੇ ਵਿੱਚ ਸੋਝੀ ਨਹੀਂ ਆਈ, ਉਹਨੂੰ ਸੋਝੀ ਦਿਵਾਉਣ ਵਾਸਤੇ ਮਹਾਰਾਜ ਇਹ ਸ਼ਬਦ ਬਖਸ਼ਿਸ਼ ਕਰ ਰਹੇ ਨੇ, ਇਹ ਬਾਣੀ ਦਾ ਗਿਆਨ ਦੇ ਰਹੇ ਨੇ ਕਿ ਭਾਈ ਆਮ ਬੰਦੇ ਸੇਵਾ ਕਰਦੇ ਹਨ। ਹਰੇਕ ਬੰਦੇ ਨੂੰ ਸੇਵਾ ਕਰਨੀ ਪੈਂਦੀ ਹੈ। ਬਿਨਾਂ ਸੇਵਾ ਕੀਤਿਆਂ ਕਿਸੇ ਨੂੰ ਕੁਝ ਨਹੀਂ ਮਿਲਦਾ। ਚਾਹੇ ਉਹ ਫੌਜ ਵਿੱਚ ਵੀ ਕਰਦੇ ਨੇ ਤਾਂ ਵੀ ਸਰਵਿਸ ਕਹਿੰਦੇ ਨੇ, ਅਸੀਂ ਸਰਵਿਸ ਕਰ ਰਹੇ ਹਾਂ ਨੇਸ਼ਨ ਦਾ। ਇਵੇਂ ਜ਼ਿਕਰ ਜਦੋਂ ਕਿਸੇ ਦੀ ਵੀ ਸਰਵਿਸ ਕਰਦੇ ਹਾਂ, ਅਸੀਂ ਸੇਵਾ ਕਰਦੇ ਹਾਂ, ਆਪਾਂ ਨੇ ਇਹ ਜਾਣਨਾ ਕਿ ਰੱਬ ਆਪ ਕਰਾ ਰਹੇ ਨੇ। ਤੇ ਜਦੋਂ ਸੇਵਾ ਹੁੰਦੀ ਹੋਵੇ ਤੇ ਇਹ ਜਾਣਨਾ ਕਿ ਇਹ ਸੇਵਾ ਰੱਬ ਆਪ ਬਖਸ਼ਿਸ਼ ਕਰਦੇ ਨੇ ਤੇ ਆਪ ਕਰਾਉਂਦੇ ਨੇ। ਉਹਨਾਂ ਦਾ ਹੀ ਕੀਤਾ ਆਪਣੇ ਵਿੱਚੋਂ ਹੁੰਦਾ ਹੈ। ਤੇਰੀ ਸੇਵਾ ਤੁਝ ਤੇ ਹੋਵੇ ਔਰ ਨਾ ਦੂਜਾ ਕਰਤਾ। ਨਹੀਂ ਤਾਂ ਬੰਦਾ ਜੀਵਨ 'ਚ ਬਹੁਤ ਸਾਰੀ ਜੀਵਨ ਦੇ ਐਸੀ ਮਨ ਦੇ ਵਿੱਚ ਭੁਲੇਖੇ ਰੱਖਦਾ ਹੈ ਕਿ ਸੇਵਾ ਕਰਕੇ ਉਦੋਂ ਵੱਧ ਮੰਗਣ ਦੀ ਕੋਸ਼ਿਸ਼ ਕਰਦਾ। ਇਹ ਨਹੀਂ ਖਿਆਲ ਕਰਦਾ ਕਿ ਰੱਬ ਹੀ ਸੇਵਾ ਕਰਾ ਰਹੇ ਨੇ ਤੇ ਰੱਬ ਹੀ ਸੇਵਾ ਕਰ ਰਹੇ ਨੇ। ਇਹ ਗਿਆਨ ਨਹੀਂ ਆ ਰਿਹਾ। ਪਰ ਜਿਸ ਵੇਲੇ ਮੰਗਦਾ ਹੈ ਸੰਸਾਰੀ ਪਦਾਰਥ, ਉਹਨੂੰ ਇਹ ਨਹੀਂ ਸੋਝੀ ਹੈ ਕਿ ਸੰਸਾਰੀ ਪਦਾਰਥ ਮੰਗਣ ਦੀ ਲੋੜ ਨਹੀਂ, ਰੱਬ ਆਪੇ ਦਿੰਦੇ ਨੇ। ਆਪਾਂ ਨੇ ਜੇ ਮੰਗਣਾ ਹੈ ਤੇ ਕੇਵਲ ਜਿਹੜਾ ਸੇਵਾ ਕਰਦਿਆਂ ਹੋਇਆਂ ਆਪਾਂ ਰੱਬ ਦੇ ਕੀਤੇ ਨੂੰ ਆਪਣਾ ਕੀਤਾ ਕਹਿ ਰਹੇ ਹਾਂ, ਉਹ ਭੁਲੇਖਾ ਦੂਰ ਹੋਣਾ ਚਾਹੀਦਾ ਹੈ। ਉਦੋਂ ਆਪਣਾ ਨਾਮ ਨਹੀਂ ਕਰਨਾ, ਆਪਣਾ ਨਾਮ ਨਹੀਂ ਲੈਣਾ, ਘਟ ਬੈਠੇ ਰੱਬ ਦਾ ਨਾਮ ਲੈਣਾ। ਐਸਾ ਨਾਮ ਤਾਂ ਲਿੱਤਾ ਜਾਂਦਾ ਹੈ ਜੇ ਅੰਦਰ ਮਤ ਵਿੱਚ ਸੋਝੀ ਆਵੇ, ਜੇ ਮਤ ਨੂੰ ਸਮਝ ਆਵੇ ਕਿ ਤੇਰੀ ਸੇਵਾ ਤੁਝ ਤੇ ਹੋਵੇ ਔਰ ਨਾ ਦੂਜਾ ਕਰਤਾ। ਨਹੀਂ ਤਾਂ ਬੰਦਾ ਆਪਣਾ ਹੀ ਜ਼ਿਕਰ ਕਰਦਾ। ਜਦੋਂ ਤੱਕ ਬੰਦਾ ਆਪਣਾ ਜ਼ਿਕਰ ਕਰਦਾ ਉਹਨੂੰ ਹਾਲੇ ਗਿਆਨ ਨਹੀਂ ਹੈ, ਉਹ ਹਾਲੇ ਮੂਰਖ ਹੈ। ਸੱਚੇ ਪਾਤਸ਼ਾਹ ਕਹਿੰਦੇ ਹਨ, ਸੇਵਾ ਥੋੜੀ ਮੰਗਣ ਬਹੁਤਾ, ਮਹਿਲ ਨਾ ਪਾਵੇ ਕਹਿ ਤੋ ਪਹੁਤਾ। ਰੱਬ ਦਾ ਘਰ ਤਾਂ ਪ੍ਰਾਪਤ ਨਹੀਂ ਕਰਦਾ, ਪਰ ਕਹਿੰਦਾ ਮੈਂ ਪਹੁੰਚ ਗਿਆ ਜੀ। ਮਹਾਰਾਜ ਕਹਿੰਦੇ ਸਭ ਕੋ ਪੂਰਾ ਆਪੇ ਹੋਵੇ, ਘਟ ਨਾ ਕੋਈ ਆਖੈ। ਹਰ ਕੋਈ ਬੰਦਾ ਕਹਿੰਦਾ ਜੀ ਮੈਂ ਤਾਂ ਪਹੁੰਚ ਗਿਆ ਰੱਬ ਦੇ ਘਰ। ਮਹਾਰਾਜ ਕਹਿੰਦੇ ਰੱਬ ਦੇ ਘਰ ਤਾਂ ਪਹੁੰਚਿਆ ਜਾਂਦਾ ਜੇ ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਕਹਿਣ ਦੇ ਵਾਸਤੇ ਮਨ ਰਾਜੀ ਹੋ ਜੇ। ਮਨ ਦੇ ਵਿੱਚ ਮਨ ਦੀ ਅੱਖ ਖੁੱਲੇ, ਮਨ ਦੇਖ ਸਕੇ ਇਹ ਮੇਰਾ ਕੀਤਾ ਨਹੀਂ, ਰੱਬ ਦਾ ਹੀ ਕੀਤਾ, ਰੱਬ ਆਪ ਕਰਦੇ ਨੇ। ਐਸਾ ਜਦੋਂ ਤੱਕ ਮਨ ਦੀ ਅਵਸਥਾ ਨਾ ਬਣੇ ਉਦੋਂ ਤੱਕ ਮਨ ਜਾਣੇ ਕਿ ਮੈਂ ਹਾਲੇ ਮਾਲਕ ਦੇ ਮਹਿਲ ਵਿੱਚ ਨਹੀਂ ਪਹੁੰਚਿਆ। ਜਿਹੜੇ ਜਿਹੜੇ ਮਾਲਕ ਦੇ ਮਹਿਲ ਵਿੱਚ ਪਹੁੰਚੇ, ਮਹਾਰਾਜ ਨੇ ਬਾਣੀ ਉਚਾਰਨ ਕਰਦਿਆਂ ਹੋਇਆਂ ਆਪਣੇ ਆਪ ਨੂੰ ਕਿਹਾ ਮਹੱਲਾ ਪਹਿਲਾ ਮਹੱਲਾ ਦੂਜਾ। ਜਿਹੜਾ ਸ਼ਬਦ ਬੋਲਦੇ ਨੇ ਉਹ ਮਹਿਲ ਵਿੱਚ ਪਹੁੰਚੀ ਹੈ ਹਸਤੀ, ਉਹ ਸੁਰਤ ਮਹਿਲ ਵਿੱਚ ਘਟ ਬੈਠੇ ਰੱਬ ਦੇ ਘਰ ਪਹੁੰਚੀ ਹੈ ਹਸਤੀ। ਉਹਨਾਂ ਦੀ ਇਹ ਬਾਣੀ ਦਰਜ ਹੈ ਭਾਈ। ਮਹਾਰਾਜ ਕਹਿੰਦੇ ਹਨ, ਜੋ ਪ੍ਰਿਯ ਮਾਨੈ ਤਿਨ ਕੀ ਰੀਸਾ। ਜਿਹੜੇ ਰੱਬ ਨੂੰ ਮੰਨਦੇ ਨੇ ਨਾ, ਪਿਆਰੇ ਨੂੰ ਆਪਣਾ ਮੰਨਦੇ ਨੇ, ਉਹਨਾਂ ਦੀ ਰੀਸ ਅਸੀਂ ਕਰਦੇ ਹੁੰਨੇ ਆ। ਕਹਿੰਦੇ ਜੀਵਨ ਵਿੱਚ ਮਹਾਰਾਜ ਕਹਿੰਦੇ ਕੂੜੇ ਮੂਰਖ ਕੀ ਹਾਟੀਸਾ ਰਹਾਓ। ਦੇਖੋ ਰਹਾਓ ਦੀ ਪੰਕਤੀ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਅਸੀਂ ਰੀਸ ਕਰਦੇ ਹਾਂ। ਰੀਸਾਂ ਕਰੇ ਤਿਨਾੜੀਆਂ ਜੋ ਸੇਵਾ ਦਰ ਖੜੀਆਂ। ਕਹਿੰਦੇ ਜਿਹੜੇ ਰੱਬ ਦੇ ਦਰ ਤੇ ਖੜੇ ਸੇਵਾ ਕਮਾਉਂਦੇ ਨੇ, ਅਸੀਂ ਉਹਨਾਂ ਦੀ ਰੀਸਾਂ ਕਰਕੇ ਲੋਕਾਂ ਨੂੰ ਦਿਖਾਉਣੇ ਆ। ਗੁਰੂ ਨਾਨਕ ਪਾਤਸ਼ਾਹ ਦਾ ਇੱਕ ਇਹ ਵੀ ਸ਼ਬਦ ਹੈ, ਦੇਖਿਓ, ਕਹਿੰਦੇ ਗੱਲੀ ਅਸੀਂ ਚੰਗੀਆਂ, ਅਚਾਰੀ ਬੁਰੀਆਂ,
ਕਹਿੰਦੇ ਮਨੋਂ ਕਸੁੱਧਾ ਕਾਲੀਆਂ ਬਾਹਰ ਚਿੱਟਵੀਆਂ, ਕਹਿੰਦੇ ਬਾਹਰੋਂ ਤਾਂ ਚਿੱਟੇ ਭੇਖ ਪਾਏ ਹੋਏ ਨੇ, ਪਰ ਮਨੋਂ ਹਾਲੇ ਜੀਵਨ ਦੇ ਵਿੱਚ ਕਹਿੰਦੇ ਭਾਈ ਕਾਲਾ ਹੀ ਹੈ ਮਨ, ਕਸੁੱਧਾ ਹੀ ਪੁੱਠਾ ਹੀ ਚੱਲਦਾ ਹੈ। ਕਹਿੰਦੇ ਰੀਸਾਂ ਕਰੇ ਤਿਨਾੜੀਆਂ ਜੋ ਸੇਵੈ ਦਰ ਖੜੀਆਂ, ਜਿਹੜੇ ਰੱਬ ਦੇ ਦਰ 'ਤੇ ਖੜੇ ਨੇ ਅਸੀਂ ਉਹਨਾਂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਉਹ ਪਹੁੰਚ ਗਏ ਤੇ ਮੈਂ ਵੀ ਪਹੁੰਚ ਗਿਆ, ਐਂ ਬੋਲਣ ਲੱਗ ਜਾਂਦਾ ਮਨ। ਮਹਾਰਾਜ ਕਹਿੰਦੇ ਨਾਲ ਖਸਮੈ ਰਤੀਆਂ ਮਾਨੈ ਸੁਖ ਰਲੀਆਂ, ਜਿਹੜੇ ਰੱਬ ਨਾਲ ਖਸਮ ਨਾਲ ਰੱਤੇ ਹੋਏ ਨੇ ਉਹ ਸੁਖ ਮਾਣਦੇ ਨੇ। ਕਹਿੰਦੇ ਨਹੀਂ ਤਾਂ ਜੀਵਨ ਵਿੱਚ ਅਸੀਂ ਆਪਣੇ ਆਪ ਨੂੰ ਕਹਿੰਦੇ ਭਾਈ ਤਾਕਤਵਰ ਸਮਝਦੇ ਹਾਂ ਕਿ ਮੈਂ ਹੀ ਕਰਦਾ, ਮੇਰਾ ਹੀ ਕੀਤਾ ਹੋਇਆ। ਕਹਿੰਦੇ ਉਹਨਾਂ ਦੀ ਰੀਸ ਨਾ ਕਰੋ, ਉਹਨਾਂ ਦੀ ਰੀਸ ਤਾਂ ਐਸੀ ਹੈ, ਉਹਨਾਂ ਦੀ ਅਵਸਥਾ ਤਾਂ ਐਸੀ ਹੈ, ਕਹਿੰਦੇ ਹੋਂਦੇ ਤਾਨ ਨਿਤਾਨੀਆਂ ਰਹੇ ਨਿਮਾਨੀਆਂ, ਕਹਿੰਦੇ ਉਹਨਾਂ ਦੇ ਕੋਲ ਤਾਨ ਹੁੰਦਾ, ਤਾਕਤ ਹੁੰਦੀ ਹੈ ਜਿਹੜੇ ਭਗਤ ਹੁੰਦੇ ਨੇ, ਪਰ ਉਹ ਜੀਵਨ ਵਿੱਚ ਨਿਤਾਣਾ ਜਾਣਦੇ ਨੇ ਕਿ ਮੇਰਾ ਤਾਨ ਨਹੀਂ ਹੈ, ਮੇਰੀ ਤਾਕਤ ਨਹੀਂ ਹੈ। ਇਹ ਜਿਹੜਾ ਕੰਮ ਹੋਇਆ ਹੁੰਦਾ ਸਾਡੇ ਵਿੱਚੋਂ, ਇਹ ਰੱਬ ਦਾ ਕੀਤਾ ਹੁੰਦਾ ਭਾਈ, ਰੱਬ ਦਾ ਹੀ ਹੈ, ਅਸੀਂ ਨਹੀਂ ਕਰ ਸਕੇ। ਮਹਾਰਾਜ ਕਹਿੰਦੇ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੇ ਸਰੀਰ, ਐਸੀ ਅਵਸਥਾ ਮਨ ਦੀ ਬਣ ਆਉਂਦੀ ਹੈ ਜਿਹੜੇ ਭਗਤ ਹੁੰਦੇ ਨੇ। ਜਿਹੜੇ ਭੇਖ ਦਿਖਾਉਂਦੇ ਨੇ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਅਵਸਥਾ ਐਸੀ ਰਹਿੰਦੀ ਹੈ, ਕਹਿੰਦੇ ਜੋ ਪ੍ਰਿਯ ਮਾਨੈ ਤਿਨ ਕੀ ਰੀਸਾ ਕੂੜੇ ਮੂਰਖ ਕੀ ਹੱਟ ਈਸਾ, ਕਹਿੰਦੇ ਉਹਨਾਂ ਦਾ ਤਾਂ ਹੱਟ ਹੀ ਹੁੰਦਾ, ਉਹ ਤਾਂ ਹੱਟ ਜੋਗ ਵਿੱਚ ਚਲੇ ਜਾਂਦੇ ਨੇ। ਉਹਨਾਂ ਦਾ ਇਹ ਹੱਟ ਹੁੰਦਾ ਕਿ ਬਸ ਮੈਂ ਹੀ ਹਾਂ, ਬਸ ਮੈਂ ਹੀ ਕਰਦਾ। ਇਹਨੂੰ ਮੂਰਖ ਕਹਿੰਦੇ ਨੇ। ਮੂਰਖ ਦਾ ਅਰਥ ਹੈ ਜਿਹੜਾ ਆਪਦੀ ਮੂੰਹ ਦੀ ਰੱਖਦਾ, ਗੱਲ ਗੁਰੂ ਦੀ ਸੁਣਦਾ ਨਹੀਂ, ਜਦੋਂ ਗੁਰੂ ਗੱਲ ਸਮਝਾਉਣ ਤਾਂ ਵੀ ਕਹੇ ਨਹੀਂ ਮੈਂ ਤਾਂ ਕਹਿਤਾ ਜੀ, ਮੈਂ ਤਾਂ ਇਸ ਤਰ੍ਹਾਂ ਹੀ ਚੱਲਣਾ। ਐਸਾ ਜੀਵਨ ਮੂਰਖ ਕਹਾਉਂਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਐਸੇ ਜੀਵਨ ਦੀ ਅਵਸਥਾ ਕੈਸੇ ਹੁੰਦੀ ਹੈ, ਕਹਿੰਦੇ ਭੇਖ ਦਿਖਾਵੈ ਸੱਚ ਨਾ ਕਮਾਵੈ, ਕਹਿੰਦੇ ਐਸੇ ਜੀਵ ਭੇਖ ਦਿਖਾਉਂਦੇ ਨੇ ਲੋਕਾਂ ਨੂੰ। ਭੇਖ ਦਿਖਾਵੈ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਟੀ ਕਟਿਓ ਬਾਸ ਨਰਕ ਮੋਹਨੀ, ਕਹਿੰਦੇ ਐਸੀ ਜੀਵਨ ਦੀ ਅਵਸਥਾ ਇਹਨਾਂ ਦੀ ਬਣਦੀ ਹੈ। ਕਹਿੰਦੇ ਇਹ ਭੇਖ ਦਿਖਾਉਂਦੇ ਰਹਿੰਦੇ ਨੇ, ਲੋਕਾਂ ਨੂੰ ਦਿਖਾਉਂਦੇ ਨੇ ਕਿ ਬਸ ਮੈਂ ਚਿੱਟੇ ਕੱਪੜੇ ਪਾ ਕੇ ਮੈਂ ਹੀ ਹਾਂ ਸਭ ਦੇ ਨਾਲੋਂ ਵੱਡਾ। ਕਹਿੰਦੇ ਨਟੂਆ ਭੇਖ ਦਿਖਾਵੇ ਬਹੁ ਵਿਦ, ਜੈਸਾ ਹੈ ਉਹ ਤੈਸਾ ਰੇ, ਅਨਕ ਜੋਨ ਭਰਮਿਓ ਭਰਮ ਭੀਤਰ, ਸੁਖੈ ਨਾਹੀ ਪਰਵੇਸਾ ਰੇ। ਕਹਿੰਦੇ ਰੱਤੀ ਮਾਤਰ ਵੀ ਇਹਦੇ ਅੰਦਰ ਸੁੱਖ ਨਹੀਂ ਫਿਰ ਵਸਦਾ। ਮਹਾਰਾਜ ਕਹਿੰਦੇ ਰਾਜ ਕਹਾਵੈ ਹਉ ਕਰਮ ਕਮਾਵੈ, ਕਹਿੰਦੇ ਰਾਜ ਕਮਾਉਂਦਾ ਹੁੰਦਾ ਤੇ ਹਉਮੈ ਵਿੱਚ ਕਰਮ ਕਮਾਉਂਦਾ ਕਿ ਮੈਂ ਹੀ ਹਾਂ, ਹੰਕਾਰ ਦਿਖਾਉਂਦਾ ਆਪਣੇ ਆਪ ਨੂੰ। ਕਹਿੰਦੇ ਬਾਂਧ ਦਿਓ ਨਲਨੀ ਭ੍ਰਮ ਸੂਆ, ਕਹਿੰਦੇ ਜਿਵੇਂ ਤੋਤੇ ਨੂੰ ਨਹੀਂ ਪਕੜ ਲੈਂਦੇ, ਕਹਿੰਦੇ ਭਾਈ ਉਹਨੂੰ ਇੱਕ ਛੋਟੀ ਜੀ ਕਹਿੰਦੇ ਪਾਈਪ ਦੇ ਉੱਤੇ ਉਹਨੂੰ ਐਂ ਬੰਨ੍ਹ ਦਿੰਦੇ ਨੇ ਤਾਰ ਨੂੰ, ਤੇ ਉਹਦੇ ਉੱਤੇ ਆ ਕੇ ਜਿਸ ਵੇਲੇ ਤੋਤਾ ਬੈਠਦਾ ਤੇ ਥੱਲੇ ਪਾਣੀ ਦੇ ਵਿੱਚ ਆਪਣਾ ਪਰਛਾਵਾਂ ਦੇਖਦਾ, ਤੇ ਉਹ ਦੇਖਦਾ ਮੈਂ ਥੱਲੇ ਵੀ ਬੈਠਾ, ਇੱਥੇ ਕੌਣ ਆ ਗਿਆ ਜੇ ਮੈਂ ਇੱਥੇ ਬੈਠਾ ਹੈ। ਤੇ ਉਹਨੂੰ ਜਿਸ ਵੇਲੇ ਦੇਖਦਾ ਥੱਲੇ ਨੂੰ ਘੁੰਮ ਜਾਂਦੀ ਹੈ ਉਹ ਨਾਲੀ, ਤੇ ਫਿਰ ਤੋਤਾ ਜਕੜ ਲੈਂਦਾ ਪੈਰਾਂ ਨੂੰ, ਛੱਡਦਾ ਨਹੀਂ ਕਿ ਮੈਂ ਡਿੱਗ ਨਾ ਪਾਵਾਂ ਥੱਲੇ, ਤੇ ਉਹਨੂੰ ਫਿਰ ਆ ਕੇ ਤੋਤੇ ਪਕੜਨ ਵਾਲੇ ਪਕੜ ਕੇ ਲੈ ਕੇ ਪਿੰਜਰ 'ਚ ਪਾ ਲੈਂਦੇ ਨੇ। ਮਹਾਰਾਜ ਕਹਿੰਦੇ ਉਹਨੂੰ ਕਹਿੰਦੇ ਨਲਨੀ ਦੇ ਵਿੱਚ ਕਹਿੰਦੇ ਉਹ ਫਸ ਗਿਆ, ਕਹਿੰਦੇ ਉਹ ਜਿਹੜਾ ਤੋਤਾ ਸੀ ਸੂਆ, ਕਹਿੰਦੇ ਉਹਦੇ ਵਿੱਚ ਫਸ ਗਿਆ। ਸੋ ਸੱਚੇ ਪਾਤਸ਼ਾਹ ਕਹਿੰਦੇ ਆਏ ਜੀਵਨ ਦੇ ਵਿੱਚ ਬੰਦਾ ਰੱਬ ਦੇ ਕੀਤੇ ਨੂੰ ਆਪਣਾ ਕੀਤਾ ਕਹਿ ਕੇ ਹੀ ਫਸ ਜਾਂਦਾ। ਕਹਿੰਦਾ ਮੈਂ ਹੀ ਹਾਂ ਜੋ ਕਰਨ ਵਾਲਾ। ਕਹਿੰਦੇ ਭੇਖ ਦਿਖਾਵੈ ਸੱਚ ਨਾ ਕਮਾਵੈ, ਕਹਿ ਤੋ ਮਹਿਲੀ ਨਿਕਟ ਨਾ ਆਵੈ, ਕਹਿੰਦੇ ਜੀਵਨ ਦੇ ਵਿੱਚ ਕਹਿੰਦਾ ਤਾਂ ਹਾਂ ਕਿ ਮੇਰਾ ਮਹਿਲ ਹੁਣ ਰੱਬ ਦੇ ਕੋਲ ਬਸ ਪਹੁੰਚਣ ਵਾਲਾ ਹੀ ਆ, ਬਸ ਹੁਣ ਹੀ ਪਹੁੰਚ ਜਾਣਾ। ਕਹਿੰਦੇ ਆਏ ਨਹੀਂ ਪਹੁੰਚ ਸਕਦਾ ਜਦੋਂ ਤੱਕ ਬਾਣੀ ਦੀ ਸੋਝੀ ਦਾ ਜਿਹੜਾ ਸੱਚ ਹੈ ਇਹਨੂੰ ਆਪਾਂ ਸਵੀਕਾਰ ਨਾ ਕਰੀਏ, ਉਦੋਂ ਤੱਕ ਮਨ ਘੱਟ ਬੈਠੇ ਰੱਬ ਦੇ ਵਿੱਚ ਨਹੀਂ ਵਸ ਸਕਦਾ। ਮਹਾਰਾਜ ਦਾ ਸੱਚ ਇਹ ਹੈ ਕਿ ਬੰਦੇ ਨੇ ਰੱਤੀ ਮਾਤਰ ਵੀ ਰੱਬ ਦੇ ਕੀਤੇ ਨੂੰ ਆਪਣੇ ਵਿੱਚੋਂ ਹੁੰਦੇ ਹੋਏ ਨੂੰ ਭੁੱਲ ਕੇ ਨਹੀਂ ਕਹਿਣਾ ਮੈਂ ਕੀਤਾ, ਤੇ ਜੇ ਇਹ ਰੱਬ ਦੇ ਕੀਤੇ ਨੂੰ ਆਪਣੇ ਅੰਦਰੋਂ ਜੋ ਵੀ ਹੋਵੇ ਚੰਗਾ ਤੇ ਮਨ ਕਹਿਣ ਲੱਗ ਜੇ, ਕਹਿਣ ਯੋਗ ਹੋ ਜਾਏ, ਮਤ ਸਮੱਤ ਵਿੱਚ ਬਦਲ ਜਾਏ,
ਤੇ ਕਹਿ ਸਕੇ ਮਾਲਕ ਇਹ ਤੂੰ ਕਰਾ ਰਿਹਾ ਹੈ, ਤੇਰਾ ਕੀਤਾ ਹੋ ਰਿਹਾ ਹੈ, ਤਾਂ ਸਮਝੋ ਮਨ ਰੱਬ ਦੇ ਵਿੱਚ ਲੀਨ ਹੋ ਰਿਹਾ ਹੈ, ਰੱਬ ਦਾ ਰੂਪ ਹੋ ਰਿਹਾ ਬੰਦਾ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਇਹ ਜਿਹੜੀ ਅਵਸਥਾ ਹੈ ਆਮ ਬੰਦਾ ਨਹੀਂ ਬਿਆਨ ਕਰ ਸਕਦਾ ਜਦੋਂ ਤੱਕ ਗੁਰੂ ਦੀ ਉਹਨੂੰ ਸੋਝੀ ਨਾ ਹੋਵੇ, ਜਦੋਂ ਤੱਕ ਉਹ ਬਾਣੀ ਅਨੁਸਾਰ ਆਪਣੇ ਆਪ ਨੂੰ ਘਟ ਬੈਠੇ ਰੱਬ ਦੀ ਬਾਣੀ ਜਾਣ ਕੇ ਨਾ ਆਪਣੇ ਆਪ ਨੂੰ ਚਲਾਵੇ, ਉਦੋਂ ਤੱਕ ਐਸੀ ਅਵਸਥਾ ਬਦਲ ਨਹੀਂ ਸਕਦੀ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਐਸੀ ਅਵਸਥਾ ਇਹਦੀ ਹੋ ਜਾਂਦੀ ਹੈ, ਕਹਿੰਦੇ ਅਤੀਤ ਸਦਾ ਏ ਮਾਇਆ ਕਾ ਮਾਤਾ, ਮਨ ਨਹੀਂ ਪ੍ਰੀਤ ਕਹੈ ਮੁਖ ਰਾਤਾ। ਕਹਿੰਦੇ ਜੀਵਨ ਵਿੱਚ ਇਹ ਅਤੀਤ ਨਾਲ ਹੀ ਜੁੜਿਆ ਰਹਿੰਦਾ। ਕਹਿੰਦੇ ਭਾਈ ਮਾਇਆ ਦੇ ਵਿੱਚ ਹੀ ਇਹ ਮੱਥਿਆ ਹੁੰਦਾ ਹੈ। ਕਹਿੰਦੇ ਇਹ ਸੰਸਾਰ ਵਿੱਚ ਜਦੋਂ ਜਨਮ ਲੈਂਦਾ ਇਹ ਅਤੀਤ ਨਾਲ ਹੀ ਜੁੜ ਜਾਂਦਾ ਹੈ। ਉਹਦਾ ਅਰਥ ਹੈ ਕਿ ਜਦੋਂ ਜਨਮ ਲੈਂਦੇ ਆ ਆਪਾਂ ਸਰੀਰ ਹੀ ਦੀਂਦਾ ਆਪਾਂ ਨੂੰ, ਰੱਬ ਨਹੀਂ ਦੀਂਦਾ। ਕਹਿੰਦੇ ਇਹ ਸਰੀਰ ਨੂੰ ਵੀ ਮਾਇਆ ਦਾ ਪੁਤਲਾ ਕਿਹਾ ਮਹਾਰਾਜ ਨੇ। ਕਹਿੰਦੇ ਇਹ ਸਰੀਰ ਮਾਇਆ ਕਾ ਪੁਤਲਾ। ਕਹਿੰਦੇ ਇਹ ਜਿਹੜਾ ਸਰੀਰ ਹੈ ਆਪਾਂ ਨੂੰ ਰੱਬ ਤਾਂ ਦਿਖਿਆ ਹੀ ਨਹੀਂ ਜਦੋਂ ਤੋਂ ਪੈਦਾ ਹੋਏ ਆਪਾਂ, ਉਦੋਂ ਤੋਂ ਆਪਾਂ ਨੂੰ ਸਰੀਰ ਦਿਖਿਆ। ਰੱਬ ਨੇ ਤਾਕਤ ਦਿੱਤੀ, ਤਾਕਤ ਆਈ। ਜਦੋਂ ਰੱਬ ਨੇ ਤਾਕਤ ਦਿੱਤੀ ਸੀ ਕੰਮ ਕਰਨ ਲੱਗ ਗਏ। ਅਸੀਂ ਕੰਮ ਕਰਦੇ ਕਰਦੇ ਨੌਕਰੀਆਂ 'ਤੇ ਆ ਗਏ। ਅਸੀਂ ਹੁਣ ਆਪਣੀ ਰੋਜੀ ਰੋਟੀ ਕਮਾ ਕੇ ਬੱਚਿਆਂ ਨੂੰ ਪਾਲਦੇ ਹਾਂ। ਅਸੀਂ ਇਹ ਨਹੀਂ ਸਮਝਦੇ ਕਿ ਸਾਡੇ ਵਿੱਚੋਂ ਜਿਹੜੀ ਤਾਕਤ ਹੈ ਉਹ ਰੱਬ ਦੀ ਤਾਕਤ ਹੈ, ਸਾਡੇ ਵਿੱਚ ਰੱਬ ਵਸਦਾ ਹੈ। ਅਤੇ ਜਦੋਂ ਕੰਮ ਕਰੇ ਤਾਂ ਸਾਡਾ ਮਨ ਇਹ ਜੇ ਰੱਬ ਦੀ ਭਗਤ ਕਰਨੀ ਹੈ ਅਤੇ ਰੱਬ ਆਪਣੇ ਅੰਦਰ ਹੋਵੇ, ਜਿਹੜਾ ਤਾਕਤਵਰ ਹੈ, ਜਿਹਨੂੰ ਆਪਾਂ ਆਲਮਾਈਟੀ ਕਹਿੰਦੇ ਹਾਂ, ਜਿਹਨੂੰ ਆਪਾਂ ਕਹਿੰਦੇ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜ੍ਹੀ ਰਾਮ। ਜਿਹੜਾ ਰੱਬ ਆਪਣੇ ਵਿੱਚ ਵਸਦਾ ਉਹਦਾ ਮਾਈਟ ਆਪਣੇ ਵਿੱਚੋਂ ਫਲੋ ਕਰਦਾ ਹੁੰਦਾ ਹੈ। ਅਤੇ ਜਦੋਂ ਆਪਣੇ ਅੰਦਰੋਂ ਉਹਦੀ ਤਾਕਤ ਫਲੋ ਹੋਵੇ ਅਤੇ ਆਪਾਂ ਤਾਂ ਕੰਮ ਕਰਦੇ ਹਾਂ, ਤਾਂ ਕੰਮ ਕਰਨ ਜੋਕਰੇ ਹੁੰਦੇ ਹਾਂ। ਅਤੇ ਸਾਡੇ ਮਨ ਨੇ ਜੇ ਘੱਟ ਬੈਠੇ ਰੱਬ ਦੀ ਭਗਤੀ ਕਰਨੀ ਹੋਵੇ ਅਤੇ ਉਹਦਾ ਮਾਈਟ ਸਾਡੇ ਵਿੱਚੋਂ ਫਲੋ ਕਰੇ, ਉਹਦਾ ਤਾਣ ਸਾਡੇ ਵਿੱਚੋਂ ਆਉਂਦਾ ਹੋਵੇ ਬਾਹਰ, ਅਤੇ ਜਿਹਦੇ ਰਾਹੀਂ ਅਸੀਂ ਕਰਮ ਕਰਦੇ ਹੋਈਏ ਅਤੇ ਅਸੀਂ ਉਸ ਤਾਣ ਨੂੰ ਰੱਬ ਦਾ ਤਾਣ ਨਾ ਕਹੇ ਅਤੇ ਆਪਣੇ ਆਪ ਨੂੰ ਤਾਣ ਵਾਲਾ ਸਮਝੇ ਕਿ ਮੈਂ ਹੀ ਤਾਕਤਵਰ ਹਾਂ। ਮਹਾਰਾਜ ਕਹਿੰਦੇ ਐਸਾ ਬੰਦਾ ਜੀਵਨ ਵਿੱਚ ਰੱਬ ਦੀ ਭਗਤੀ ਨਹੀਂ ਸਿੱਖ ਪਾਇਆ, ਨਹੀਂ ਸਿੱਖ ਪਾਇਆ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਇਹ ਮਾਇਆ ਵਿੱਚ ਹੀ ਮਤਿਆ ਹੋਇਆ। ਕਹਿੰਦੇ ਇਹਦੇ ਮਨ ਵਿੱਚ ਕੋਈ ਪ੍ਰੀਤੀ ਨਹੀਂ ਹੈ ਘਟ ਬੈਠੇ ਰੱਬ ਦੇ ਪ੍ਰਤੀ। ਪ੍ਰੀਤ ਨੂੰ ਦੇਖੋ ਸਿਹਾਰੀ ਲੱਗੀ ਹੈ। ਕਹਿੰਦੇ ਭਾਈ ਘਟ ਬੈਠੇ ਰੱਬ ਦੇ ਪ੍ਰਤੀ ਪ੍ਰੀਤ ਨਹੀਂ ਹੈ। ਕਹਿੰਦੇ ਉੱਪਰੋਂ ਮੁੱਖ ਤੋਂ ਕਹਿੰਦਾ ਮੈਂ ਤਾਂ ਰੱਬ ਨਾਲ ਰਤਿਆ ਹੋਇਆ ਜੀ। ਕਹਿੰਦੇ ਜੀਵਨ 'ਚ ਆਪਣੇ ਆਪ ਨੂੰ ਜਣਾਉਂਦਾ ਇਹ। ਹੁਣ ਸੱਚੇ ਪਾਤਸ਼ਾਹ ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ ਕਹੋ ਨਾਨਕ ਪ੍ਰਭ ਬਿਨੋ ਸੁਨੀਜੈ, ਕੁਚਲ ਕਠੋਰ ਕਾਮੀ ਮੁਕਤ ਕੀਜੈ। ਮੇਰੇ ਮਾਲਕ ਮੇਰੀ ਬੇਨਤੀ ਸੁਣੋ। ਹੁਣ ਕਹਿੰਦੇ ਕੀ ਸੁਣੋ? ਕਹਿੰਦੇ ਮੈਂ ਕੁਚਲ ਹਾਂ, ਕਠੋਰ ਹਾਂ, ਕਾਮੀ ਹਾਂ, ਮੈਨੂੰ ਮੁਕਤ ਕਰਨਾ ਕਰੋ। ਆਖੋ ਸਤਨਾਮ। ਕਹਿੰਦੇ ਭਾਈ ਆਏ ਸਿੱਖ ਨੇ ਬੇਨਤੀ ਕਰਨੀ ਹੈ। ਸਿੱਖ ਨੇ ਐਸਾ ਜੀਵਨ ਦੇ ਵਿੱਚ ਰੱਤੀ ਮਾਤਰ ਵੀ ਜਿਹੜਾ ਤਾਕਤ ਹੈ ਕਹਿੰਦੇ ਉਹ ਰੱਬ ਦੀ ਕਰਕੇ ਹੀ ਜਾਣਨੀ ਹੈ। ਭੁੱਲ ਕੇ ਨਹੀਂ ਕਹਿਣਾ ਕਿ ਮੇਰੀ ਤਾਕਤ ਹੈ, ਮੈਂ ਦਿਖਾਤਾ ਜਗਤ ਨੂੰ, ਮੈਂ ਸੰਸਾਰ ਦੇ ਵਿੱਚ ਇਹ ਸਭ ਕੁਝ ਕਰ ਰਿਹਾ, ਮੇਰੀ ਸ਼ਾਦੀ ਮੈਂ ਤਾਕਤ ਨਾਲ ਕੀਤੀ ਹੈ, ਮੇਰੇ ਬੱਚੇ ਮੈਂ ਪੈਦਾ ਕੀਤੇ, ਮੈਂ ਘਰ ਆਪਣੀ ਤਾਕਤ ਨਾਲ ਬਣਾਇਆ, ਮੈਂ ਨੌਕਰੀ ਆਪਣੇ ਬਲ ਬੂਤੇ 'ਤੇ ਲਈ ਹੈ। ਐਸਾ ਨਹੀਂ ਬੋਲਣਾ। ਸਿੱਖ ਨੇ ਐਸਾ ਹਮੇਸ਼ਾ ਜਾਣਨਾ ਹੈ ਕਿ ਮੇਰੇ ਮਾਲਕ ਇਹ ਤੇਰੀ ਤਾਕਤ ਸੀ। ਜੇ ਇੱਕ ਵੀ ਥੋੜ੍ਹਾ ਜਿਹਾ ਵੀ ਰੱਤੀ ਮਾਤਰ ਵੀ ਮੇਰੇ ਅੰਦਰੋਂ ਕੋਈ ਕਰਮ ਹੋਇਆ ਉਹ ਤੇਰੀ ਬਖਸ਼ਿਸ਼ ਨਾਲ ਹੋਇਆ। ਤਾਂ ਜਾਣੋ ਸਿੱਖ ਰੱਬ ਵਿੱਚ ਲੀਨ ਹੋਏਗਾ। ਸਿੱਖ ਸਿੱਖਣ ਵਾਲਾ ਰੱਬ ਦਾ ਰੂਪ ਹੋਏਗਾ, ਰੱਬ ਦਾ ਭਗਤ ਕਹਾਏਗਾ। ਇਹ ਸੱਚਾ ਭਗਤ ਹੋਵੇਗਾ। ਇਹ ਫਿਰ ਆਪਣਾ ਨਾਮ ਨਹੀਂ ਜਨਾਉਂਦਾ, ਇਹ ਰੱਬ ਨੂੰ ਜਾਣਦਾ ਅਤੇ ਰੱਬ ਨੂੰ ਜਨਾਉਂਦਾ। ਐਸੀ ਅਵਸਥਾ ਕਹਿੰਦੇ ਮੁਕਤ ਹੋਣ ਦੀ ਹੁੰਦੀ ਹੈ। ਨਹੀਂ ਤਾਂ ਬੰਦਾ ਜੀਵਨ ਵਿੱਚ ਇਹੋ ਜਿਹੀਆਂ ਚਾਲਬਾਜ਼ੀਆਂ ਕਰਦਾ ਜਿਹਨੂੰ ਕੁਚਲ ਕਿਹਾ। ਇਹ ਕਠੋਰ ਜਿਹੜਾ ਮਨ ਸੁਣਦਾ ਹੀ ਨਹੀਂ ਹੈ, ਮੂਰਖ ਹੈ, ਕਹਿੰਦੇ ਕਾਮੀ ਹੋ ਜਾਂਦਾ ਹੈ। ਕਹਿੰਦੇ ਇਹ ਤਾਂ ਮੁਕਤ ਹੁੰਦਾ ਹੈ ਜੇ ਐਸੇ ਸ਼ਬਦਾਂ ਦੇ ਭਾਵ ਨੂੰ ਹਿਰਦੇ 'ਚ ਵਸਾਏਗਾ। ਸੋ ਸੱਚੇ ਪਾਤਸ਼ਾਹ ਕਹਿੰਦੇ ਦਰਸ਼ਨ ਦੇਖੇ ਕੀ ਵਡਿਆਈ, ਤੁਮ ਸੁਖ ਦਾਤੇ ਪੁਰਖ ਸੁਭਾਈ। ਰਹਾਉ ਦੂਜਾ, ਹੁਣ ਦੇਖੋ ਦੋ ਰਹਾਉ ਆ ਗਏ। ਇਹ ਦੂਜਾ ਰਹਾਉ ਹੈ
ਸਾਰਾ ਸ਼ਬਦ ਇੱਕ ਰਹਾਉ ਦੇ ਇਰਦ ਗਿਰਦ ਚੱਲਦਾ ਸੀ। ਹੁਣ ਰਹਾਉ ਦੂਜੇ ਦੇ ਵਿੱਚ ਉਹਦਾ ਅਰਥ ਦੇ ਕੇ ਸਮਾਪਤੀ ਕਰਨਗੇ ਮਹਾਰਾਜ ਕਹਿਣਗੇ ਭਾਈ ਇਹ ਤਾਂ ਰੱਬ ਦੇ ਦਰਸ਼ਨ ਦੇਖਣ ਦੀ ਹੀ ਵਡਿਆਈ ਹੈ। ਉਹਦਾ ਅਰਥ ਇਹ ਹੈ ਕਿ ਜਦੋਂ ਤੱਕ ਬਾਣੀ ਦੀ ਵਿਚਾਰ ਨਹੀਂ ਹੋਏਗੀ ਤੇ ਰੱਬ ਦੇ ਦਰਸ਼ਨ ਅੰਦਰ ਨਹੀਂ ਹੋਣਗੇ। ਯਾਦ ਰੱਖਣਾ, ਜਿਸ ਵੇਲੇ ਬਾਣੀ ਦੀ ਵਿਚਾਰ ਨਾਲ ਐਸੇ ਦਰਸ਼ਨ ਹੋਣਗੇ ਕਿ ਤਾਕਤ ਰੱਬ ਦੀ ਹੈ, ਮੇਰੀ ਨਹੀਂ, ਇਹ ਜਿਹੜਾ ਦਿਖ ਰਿਹਾ ਸਰੀਰ ਇਹ ਰੱਬ ਦਾ ਹੈ, ਮੇਰਾ ਨਹੀਂ, ਫਿਰ ਮਹਾਰਾਜ ਕਹਿੰਦੇ ਐਸੇ ਜੀਵ ਨੂੰ, ਐਸੇ ਸਿੱਖ ਨੂੰ, ਐਸੇ ਭਗਤ ਨੂੰ ਸਭ ਦੇ ਵਿੱਚ ਰੱਬ ਦਿਖੇਗਾ, ਨਹੀਂ ਤਾਂ ਉਹਨੂੰ ਆਪਣੇ ਵਿੱਚ ਵੀ ਨਹੀਂ ਦਿਖੇਗਾ। ਧਿਆਨ ਰੱਖਣਾ, ਮਹਾਰਾਜ ਕਹਿੰਦੇ ਫਿਰ ਤਾਂ ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਪਹਿਲਾਂ ਤਾਂ ਆਪਣੇ ਵਿੱਚ ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਕਹਿਣਾ, ਜਿਤਨੇ ਗੁਣ ਆਪਣੇ ਵਿੱਚ ਹਨ ਉਹ ਰੱਬ ਦੇ ਹਨ ਕਰਕੇ ਜਾਣਨਾ। ਸਾਚੇ ਸਾਹਿਬ ਸਭ ਗੁਣ, ਔਗਣ ਸਭ ਅਸਾਹਾ, ਮੋਹਿ ਨਿਰਗੁਣ ਜੀਓ, ਸਭ ਗੁਣ ਤੇਰੇ ਰਾਮ, ਸਭ ਗੁਣ ਤੇਰੇ ਠਾਕੁਰ ਮੇਰੇ, ਕਿਤ ਮੁਖ ਤੁਧ ਸਾਲਾਹੀ। ਐਸੀ ਜੀਵਨ ਦੀ ਅਵਸਥਾ ਦਾ ਤਰਲਾ ਲੈਂਦੇ ਰਹਿਣਾ ਕਿ ਜਦੋਂ ਥੋੜ੍ਹਾ ਜਿਹਾ ਵੀ ਸਾਡੇ ਵਿੱਚ ਤਾਕਤ ਆਵੇ ਤੇ ਕਹਿਣਾ ਮੇਰੇ ਮਾਲਕ ਸ਼ੁਕਰ ਹੈ ਇਹ ਤੇਰੀ ਕਿਰਿਆ ਹੈ। ਜਦੋਂ ਥੋੜ੍ਹਾ ਜਿਹਾ ਵੀ ਆਪਣਾ ਕਿਸੇ ਦੇ ਪ੍ਰਤੀ ਕਰਮ ਹੋਵੇ ਤੇ ਕਹਿਣਾ ਮਾਲਕ ਇਹ ਤੂੰ ਕਰਾ ਰਿਹਾ, ਤੇਰਾ ਕੀਤਾ ਹੋਇਆ। ਰੱਤੀ ਮਾਤਰ ਵੀ ਭੁੱਲ ਕੇ ਨਹੀਂ ਕਹਿਣਾ ਮੈਂ ਕੁਛ ਕੀਤਾ। ਮਹਾਰਾਜ ਕਹਿੰਦੇ ਜਬ ਲਗ ਜਾਣੇ ਮੁਝ ਤੇ ਕਛ ਹੋਏ, ਤਬ ਇਸਕੋ ਸੁਖ ਨਾਹੀ ਕੋਏ। ਜਬ ਇਹ ਜਾਣੇ ਯਾਨੀ ਆਪਣਾ ਮਨ, ਜਬ ਇਹ ਜਾਣੇ ਮੈਂ ਕੁਛ ਕਰਤਾ, ਤਬ ਲਗ ਗਰਭ ਜੋਨ में ਫਿਰਤਾ। ਉਦੋਂ ਤੱਕ ਗਰਭ ਜੋਨੀ ਵਿੱਚ ਸਾਡਾ ਅਵਾਸਾ ਰਹੇਗਾ, ਅਸੀਂ ਆਉਂਦੇ ਜਾਂਦੇ ਰਹਾਂਗੇ, ਜਨਮ ਦੇ ਮਰਦੇ ਰਹਾਂਗੇ। ਕਈ ਜਨਮਾਂ ਤੋਂ ਅਸੀਂ ਜਨਮ ਮਰਨ ਦੇ ਚੱਕਰ 'ਚ ਪਏ ਹੋਏ ਹਾਂ। ਮਹਾਰਾਜ ਕਹਿੰਦੇ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ। ਮੁੜ ਕੇ ਮੇਰਾ ਜਨਮ ਨਾ ਹੋਵੇ। ਮਹਾਰਾਜ ਕਹਿੰਦੇ ਬਹੁਰ ਹਮ ਕਹੇ ਆਵੇਂਗੇ, ਕਹਿੰਦੇ ਆਵਨ ਜਾਣਾ ਹੁਕਮ ਤਿਸੇ ਕਾ ਹੁਕਮੈ ਬੁੱਝ ਸਮਾਵੇਂਗੇ। ਅਸੀਂ ਜੀਵਨ 'ਚ ਹੁਕਮ ਨੂੰ ਬੁੱਝ ਨਹੀਂ ਰਹੇ, ਅਸੀਂ ਰੱਬ ਦੇ ਵਿੱਚ ਸਮਾਉਣ ਨੂੰ ਹਾਲੇ ਤਾਕਤ ਨਹੀਂ ਸਮਝ ਰਹੇ, ਅਸੀਂ ਰੱਬ ਦੇ ਵਿੱਚ ਸਮਾਉਣ ਨੂੰ ਆਪਣੀ ਮੰਜ਼ਿਲ ਨਹੀਂ ਸਮਝ ਰਹੇ। ਅਸੀਂ ਆਪਣੇ ਆਪ ਨੂੰ ਜਨਾਉਣ ਦੇ ਵਿੱਚ ਹੀ ਆਪਣੇ ਆਪ ਦਾ ਜੀਵਨ ਬਰਬਾਦ ਕਰੀ ਜਾਂਦੇ ਕਿ ਭਾਈ ਤੁਸੀਂ ਰੱਬ ਦੀ ਮੂਰਤ ਹੋ। ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਕਹਿੰਦੇ ਭਾਈ ਇਸ ਮੂਰਤ ਨੂੰ ਬੁੱਝੋ, ਇਸ ਮੂਰਤ ਨੂੰ ਪਹਿਚਾਨੋ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਇਸ ਗੁਰਮਤ ਨਾਲ ਆਪਣੇ ਜੀਵਨ ਦਾ ਰੰਗ ਮਾਣੇ ਮਨ। ਕਹਿੰਦੇ ਫਿਰ ਜੋਤ ਸਰੂਪ ਹੁੰਦਾ, ਫਿਰ ਰੱਬ ਦਾ ਰੂਪ ਹੋ ਜਾਂਦਾ। ਜੇ ਨਹੀਂ ਇਸ ਗੱਲ ਨੂੰ ਸਮਝਦਾ ਫਿਰ ਇਹ ਪਤਾ ਨਹੀਂ ਕਿਹੜਾ ਬਣਦਾ, ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ। ਐਸਾ ਕਈ ਜਨਮਾਂ ਤੋਂ ਸਾਡਾ ਜੀਵਨ, ਸਾਡਾ ਮਨ ਭਟਕ ਰਿਹਾ ਹੈ, ਘਟ ਬੈਠੇ ਰੱਬ ਦਾ ਗਿਆਨ ਨਹੀਂ ਪ੍ਰਾਪਤ ਕਰ ਰਿਹਾ। ਆਓ ਅਗਲਾ ਸ਼ਬਦ ਸੱਚੇ ਪਾਤਸ਼ਾਹ ਜੀ ਦਾ ਆਪਣਾ ਹਿਰਦੇ ਵਿੱਚ ਵਸਾਇਓ। ਮਹਾਰਾਜ ਕਹਿੰਦੇ ਹਨ ਸੋਹੀ ਮਹੱਲਾ ਪੰਜਵਾਂ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਕਹਿੰਦੇ ਜਦੋਂ ਮਾੜਾ ਕੰਮ ਕਰਨਾ ਹੋਵੇ ਤੇ ਬੰਦਾ ਤਾਂ ਉੱਠ ਕੇ ਸਵੇਰੇ ਸਵੇਰੇ ਬੈਠ ਜਾਂਦਾ ਹੈ। ਕਹਿੰਦੇ ਜਿਸ ਵੇਲੇ ਰੱਬ ਦਾ ਨਾਮ ਜਪਣਾ ਹੋਵੇ, ਸਾਰੀ ਰਾਤ ਸੁੱਤਾ ਵੀ ਹੋਵੇ, ਸਵੇਰੇ ਉੱਠਦਾ ਤੇ ਕਹਿੰਦੇ ਫਿਰ ਨੀਂਦ ਆਉਣ ਲੱਗ ਜਾਂਦੀ। ਰੱਬ ਦਾ ਨਾਮ ਜਪਦੇ ਨੀਂਦ ਆਉਂਦੀ। ਜਿਵੇਂ ਗੁਟਕਾ ਪਕੜੂਗਾ ਨਾ ਸਵੇਰੇ ਸਵੇਰੇ, ਉਹਨੂੰ ਅਵਾਸੀਆਂ ਲੈਣ ਲੱਗ ਜਾਂਦਾ ਮਨ। ਕਹਿੰਦੇ ਇਸ ਤੋਂ ਬਚਿਓ। ਜੀਵਨ ਦਾ ਵਿੱਚ ਇਸ ਗੱਲ ਨੂੰ ਸਮਝਾਇਓ ਮਨ ਨੂੰ ਕਿ ਮੇਰੇ ਮਨਾ ਤੂੰ ਮਾੜੇ ਕੰਮਾਂ ਵਾਸਤੇ ਤਾਂ ਸਾਰੀ ਰਾਤ ਜਾਗਦਾ। ਧਿਆਨ ਰੱਖਣਾ। ਤੇ ਜਦੋਂ ਸਵੇਰੇ ਤੂੰ ਰਾਤ ਨੂੰ ਕਿਤੇ ਸੌਂ ਵੀ ਜਾਏ ਚੰਗੀ ਤਰ੍ਹਾਂ, ਤੇ ਸਵੇਰੇ ਉੱਠਣਾ ਹੋਵੇ, ਤੈਨੂੰ ਰੱਬ ਦਾ ਨਾਮ ਜਪਣ ਵਾਸਤੇ ਗੁਟਕਾ ਹੱਥ 'ਚ ਹੋਵੇ ਤੇਰੇ, ਉਸ ਵੇਲੇ ਨੀਂਦ ਆ ਜਾਂਦੀ ਹੈ। ਧਿਆਨ ਰੱਖਣਾ। ਤੇ ਜਦੋਂ ਸਵੇਰੇ ਉੱਠ ਕੇ ਰਾਤ ਨੂੰ ਕਹਿ ਕੇ ਸੌਂਦਾ ਹੈ ਕਿ ਮੈਂ ਸਵੇਰੇ ਉੱਠ ਕੇ ਨਾਮ ਜਪਾਂਗਾ, ਮੈਂ ਸਵੇਰੇ ਉੱਠ ਕੇ ਭਜਨ ਕਰਾਂਗਾ, ਤੇ ਜਿਵੇਂ ਹੀ ਸਵੇਰ ਹੁੰਦੀ ਹੈ ਤੇ ਫਿਰ ਮਨ ਕਹਿੰਦਾ ਹੁਣ ਸੌਂ ਜਾਓ ਥੋੜ੍ਹੀ ਦੇਰ, ਹੈ ਨਾ। ਮਨ ਫੇਰ ਸੌਂ ਜਾਂਦਾ। ਮਹਾਰਾਜ ਕਹਿੰਦੇ ਭਾਈ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਅਵਸਰ ਆਪਣਾ ਬੁਝੇ ਨਾ ਇਹ ਆਣਾ, ਮਾਇਆ ਮੋਹ ਰੰਗ ਲਪਟਾਣਾ ਰਹਾਓ। ਕਹਿੰਦੇ ਇਹ ਅਵਸਰ ਬੁੱਝ ਨਹੀਂ ਰਿਹਾ ਬੰਦਾ ਕਿ ਮੈਨੂੰ ਜੀਵਨ ਇਸ ਵਾਸਤੇ ਦਿੱਤਾ ਹੈ
ਕਿ ਆਪਾਂ ਨੇ ਜੀਵਨ ਵਿੱਚ ਰਹਿੰਦਿਆਂ ਹੋਇਆਂ ਰੱਬ ਦਾ ਨਾਮ ਜਪਣਾ ਹੈ। ਭਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਯਾਦ ਰੱਖਿਓ, ਜੀਵਨ ਦਾ ਹਰ ਕੰਮ ਸਾਡਾ ਹੋਵੇਗਾ। ਤੁਸੀਂ ਦੇਖੋ ਕਮਿਊਨਿਸਟਾਂ ਦਾ ਨਹੀਂ ਹੁੰਦਾ, ਜਿਹੜੇ ਰੱਬ ਨੂੰ ਨਹੀਂ ਜਪਦੇ, ਰੱਬ ਉਹਨਾਂ ਦਾ ਵੀ ਕੰਮ ਕਰਦਾ ਹੈ। ਧਿਆਨ ਰੱਖਿਓ, ਕਹਿੰਦੇ ਜੀਵਨ ਵਿੱਚ ਕੇਵਲ ਉਹ ਰੱਬ ਦਾ ਨਾਮ ਨਹੀਂ ਜਪਦੇ, ਫਿਰ ਉਹਨਾਂ ਨੂੰ ਆਉਣਾ ਜਾਣਾ ਪੈਂਦਾ, ਦੁੱਖ ਭੋਗਦੇ ਨੇ। ਧਿਆਨ ਰੱਖਣਾ, ਕਹਿੰਦੇ ਸਿੱਖ ਨੂੰ ਤਾਂ ਇੱਕ ਹਿਦਾਇਤ ਦਿੱਤੀ ਹੈ ਕਿ ਰੱਬ ਤੋਂ ਹੋਰ ਕੋਈ ਚੀਜ਼ ਨਹੀਂ ਮੰਗਣੀ, ਉਹਨੇ ਤੁਹਾਨੂੰ ਸਭ ਕੁਝ ਦੇ ਦੇਣਾ। ਜਿਸ ਵੇਲੇ ਸਮੇਂ ਹੋਊਗਾ ਬਿਨਾਂ ਮੰਗਿਆਂ ਦੇ ਦੇਣਾ ਹੈ। ਕਹਿੰਦੇ ਜੇ ਮੰਗਣਾ ਵਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਕਹਿੰਦੇ ਜਦੋਂ ਮੰਗਣਾ ਤੇ ਨਾਮ ਮੰਗਣਾ। ਜੇ ਰੱਤੀ ਮਾਤਰ ਵੀ ਕੰਮ ਕਰਦੇ ਹੋਇਆ ਮਨ ਕਹਿੰਦਾ ਮੈਂ ਕੀਤਾ, ਉਹਨੂੰ ਰੋਕਣਾ। ਆਪਣੇ ਮਨ ਨੂੰ ਵੀ ਹੈਵ ਟੂ ਸਟਾਪ ਇਟ। ਇਫ ਦ ਮਾਈਂਡ ਡਜ਼ਨਟ ਸਟਾਪ ਹੀਅਰ, the mind suffers, mind undergoes sufferings। ਧਿਆਨ ਰੱਖਣਾ, again he has to take birth। ਉਹਦਾ ਲਾਈਫ ਐਂਡ ਡੈਥ ਦਾ ਸਾਈਕਲ ਖਤਮ ਨਹੀਂ ਹੋਏਗਾ। ਧਿਆਨ ਸੋ ਮਹਾਰਾਜ ਕਹਿੰਦੇ ਹਨ ਉਹਦਾ ਜਨਮ ਮਰਨ ਮਿਟੇ, ਅਬ ਆਵਨ ਜਾਣ ਰਹੇ। ਕਈ ਜਨਮਾਂ ਦੇ ਆਪਾਂ ਜਨਮ ਦੇ ਮਰਦੇ ਆ ਰਹੇ ਹਾਂ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖਾ ਲੇਖੇ। ਕਹਿੰਦੇ ਭਾਈ ਕਈ ਜਨਮਾਂ ਤੋਂ ਕੀ ਤੋਂ ਵਿਛੜੇ ਹੋਏ ਆ ਪਤਾ ਜੀ? ਕਹਿੰਦੇ ਮਾਧੋ ਤੋਂ। ਮਾਧੋ ਦਾ ਅਰਥ ਹੈ ਜਿਹੜਾ ਆਪਣੇ ਮੱਧ ਵਿੱਚ ਵਸਦਾ ਹੈ, ਜਿਹੜਾ ਆਪ ਸਭ ਕੁਝ ਕਰਦਾ ਹੈ, ਉਹ ਤੋਂ ਹੀ ਅਸੀਂ ਵਿਛੜੇ ਹੋਏ। ਅਸੀਂ ਜਦ ਸਵੇਰੇ ਰੱਬ ਕਰਾਉਂਦਾ ਤਾਂ ਕਹਿੰਦੇ ਮੈਂ ਕਿਰਤਾ, ਫਿਰ ਮੇਰਾ ਫਿਰ ਜਨਮ ਹੋਊਗਾ, ਫਿਰ ਜਿਸ ਵੇਲੇ ਮੇਰਾ ਅਗਲਾ ਜਨਮ ਹੋਊਗਾ ਫਿਰ ਮੇਰਾ ਘੱਟ ਬੈਠੇ ਰੱਬ ਤੋਂ ਫਿਰ ਮਨ ਟੁੱਟ ਜਾਏਗਾ, ਫਿਰ ਮਾਇਆ ਦੇ ਨਾਲ ਲਪਤ ਹੋ ਜਾਏਗਾ। ਧਿਆਨ ਰੱਖਣਾ, ਮਾਇਆ ਦੇ ਵਿੱਚ ਐਸੀ ਸੁਰਤ ਜੁੜਦੀ ਹੈ ਕਿ ਘੱਟ ਬੈਠੇ ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਕਹਿਣ ਦਾ ਮਨ ਨਹੀਂ ਕਰਦਾ। ਧਿਆਨ ਰੱਖਣਾ, ਮੈਂ ਕਮਾਇਆ ਜੀ, ਮੈਂ ਘਰ ਬਣਾਇਆ ਜੀ, ਮੈਂ, ਇਹ ਸਭ ਮਾਇਆ ਹੈ। ਧਿਆਨ ਰੱਖਣਾ, ਬਣਾਓਗੇ ਤੁਸੀਂ, ਬਣੇਗਾ ਤੁਹਾਡੇ ਵਿੱਚੋਂ ਹੀ, ਪਰ ਤੁਸੀਂ ਇਹ ਜਾਣ ਕੇ ਕਹੋਗੇ ਇਹ ਮੇਰਾ ਨਹੀਂ ਬਣਾਇਆ, ਮੇਰੇ ਮਾਲਕ ਤੇਰਾ ਬਣਾਇਆ ਹੋਇਆ, ਤੈਂ ਕਿਰਪਾ ਕੀਤੀ ਤਾਂ ਹੋਇਆ। ਤਾਂ ਸਮਝੋ ਬੰਦੇ ਨੂੰ ਘੱਟ ਬੈਠੇ ਰੱਬ ਦਾ ਨਾਮ ਪ੍ਰਾਪਤ ਹੋ ਗਿਆ। ਤਾਂ ਸਮਝੋ ਸਿੱਖ ਗੁਰੂ ਦਾ ਗਿਆਨ ਅਨੁਸਾਰ ਹੁਣ ਆਪਣੇ ਆਪ ਨੂੰ ਜਨਾਉਂਦਾ ਨਹੀਂ, ਘੱਟ ਬੈਠੇ ਰੱਬ ਨੂੰ ਜਨਾਉਣ ਲੱਗ ਪਿਆ। ਆਖੋ ਸਤਨਾਮ। ਐਸੀ ਅਵਸਥਾ ਨੂੰ ਪ੍ਰਾਪਤ ਕਰਨਾ, ਮਹਾਰਾਜ ਕਹਿੰਦੇ ਨਹੀਂ ਤਾਂ ਭਗਤ ਕਰੇ ਮੂਰਖ ਆਪ ਜਨਾਵੇ, ਨੱਚ ਨੱਚ ਟੱਪੇ ਬਹੁਤ ਦੁੱਖ ਪਾਵੇ। ਐਸਾ ਜੀਵਨ ਵਿੱਚ ਦੁੱਖ ਪਾਉਂਦਾ ਹੈ ਬਹੁਤ। ਸੱਚੇ ਪਾਤਸ਼ਾਹ ਕਹਿੰਦੇ ਅਵਸਰ ਆਪਣਾ ਬੁਝੇ ਨਾ ਆਣਾ, ਮਾਇਆ ਮੋਹ ਰੰਗ ਲਪਟਾਣਾ। ਕਹਿੰਦੇ ਜੀਵਨ ਵਿੱਚ ਐਸੇ ਰੰਗ ਵਿੱਚ ਲਪਟਿਆ ਹੁੰਦਾ, ਮਾਇਆ ਦੇ ਮੋਹ ਵਿੱਚ ਫਸ ਜਾਂਦਾ। ਕਹਿੰਦੇ ਲੋਭ ਲਹਿਰ ਕੋ ਬਿਕਸ ਫੂਲ ਬੈਠਾ, ਸਾਧ ਜਨਾ ਕਾ ਦਰਸ਼ਨਾ ਡੀਠਾ। ਕਹਿੰਦੇ ਲੋਭ ਦੀ ਲਹਿਰ ਵਿੱਚ ਕਹਿੰਦੇ ਆਪਣੇ ਆਪ ਨੂੰ ਫੁੱਲਿਆ ਫੁੱਲਿਆ ਸਮਾਉਂਦਾ। ਕਹਿੰਦੇ ਉਹਦੇ ਵਿੱਚ ਵਿਕਾਸ ਲੈ ਬੈਠਾ ਹੈ। ਕਹਿੰਦੇ ਸਾਧਨਾ ਨਹੀਂ ਕਰ ਰਿਹਾ, ਅਭਿਆਸ ਨਹੀਂ ਕਰ ਰਿਹਾ। ਜਦੋਂ ਤੁਹਾਡੇ ਵਿੱਚ ਤੋਂ ਕੰਮ ਤੁਹਾਡੇ ਵਿੱਚੋਂ ਹੀ ਹੋਣਾ ਹੈ, ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋਵੋਗੇ, ਪਰ ਤੁਸੀਂ ਇਹ ਜਾਣ ਕੇ ਕਰੋਗੇ ਕਿ ਤੁਸੀਂ ਨਹੀਂ ਕਰ ਰਹੇ, ਰੱਬ ਕਰਾ ਰਿਹਾ। ਬਸ ਇੰਨਾ ਫਰਕ ਹੋਏਗਾ। ਇਹਨੂੰ ਰੱਬ ਦਾ ਨਾਮ ਜਪਣਾ ਕਹਿੰਦੇ ਨੇ। ਐਸਾ ਰੱਬ ਦਾ ਨਾਮ ਜਿਨ੍ਹਾਂ ਜਿਨ੍ਹਾਂ ਭਗਤਾਂ ਨੇ ਜਪਿਆ, ਉਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਜੀਵਨ ਵਿੱਚ ਹਰ ਕੰਮ ਕਰਨਾ ਹੈ, ਹਾਥ ਪਾਉ ਕਰ ਕਾਮ ਸਭ। ਪਰ ਕਹਿੰਦੇ ਜਿਹੜਾ ਚਿੱਤ ਹੈ, ਕਹਿੰਦੇ ਨਿਰੰਜਨ ਨਾਲ ਰੱਖਣਾ। ਕਹਿੰਦੇ ਚੀਤ ਨਿਰੰਜਨ ਨਾਲ, ਕਹਿੰਦੇ ਆਪਣਾ ਚੇਤਾ ਨਹੀਂ ਭੁੱਲਣਾ। ਉਸ ਨਿਰੰਜਨ ਦਾ ਜੋ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਨਿਰੰਜਨ ਦੇ ਅਰਥ ਕਰੋ। ਮਹਾਰਾਜ ਕਹਿੰਦੇ ਜੀਵਨ ਵਿੱਚ ਜਿਹੜਾ ਅੰਜਨ ਮੈਂ ਨਿਰੰਜਨ ਪਾਈ ਹੈ, ਕਹਿੰਦੇ ਜਿਹੜਾ ਸਰੀਰ ਵਿੱਚ ਚੱਲਦਿਆਂ ਹੋਇਆਂ ਨਿਰਾਕਾਰ ਸਭ ਕੁਝ ਕੰਮ ਕਰਦਾ ਹੈ ਸਰੀਰ ਦੇ ਵਿੱਚੋਂ, ਉਹਨੂੰ ਨਿਰੰਜਨ ਕਹਿੰਦੇ ਨੇ ਭਾਈ, ਉਹਨੂੰ ਨਿਰੰਜਨ ਕਹਿੰਦੇ। ਇਸ ਦੀ ਅਵਸਥਾ ਨੂੰ ਸੁਣਨ ਵਾਸਤੇ 4 ਪੌੜੀਆਂ ਸੁਣਨ ਦੀਆਂ ਰੱਖੀਆਂ ਨੇ। ਇਸ ਗੱਲ ਨੂੰ ਮੰਨਣ ਵਾਸਤੇ 4 ਪੌੜੀਆਂ ਫਿਰ ਮੰਨਿਆਂ ਦੀ ਲਿਖੀਆਂ ਨੇ ਮਹਾਰਾਜ ਨੇ। 8 ਪਹਿਰ ਦਾ ਜ਼ਿਕਰ ਕੀਤਾ ਉੱਥੇ। ਧਿਆਨ ਰੱਖਣਾ, ਕਹਿੰਦੇ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਹੈ ਨਾ, ਮੰਨ ਲਵੇ ਆਪਣੇ ਮਨ ਵਿੱਚ, ਪਰ ਰੋਜ਼ ਪੜ੍ਹਦਾ ਪਰ ਨਿਰੰਜਨ ਨੂੰ ਨਹੀਂ ਮੰਨਦਾ। ਯਾਨੀ ਆਪਣੇ ਅੰਜਨ ਦਾ ਹੀ ਪ੍ਰਗਟਾਵਾ ਕਰਦਾ ਹੈ, ਆਪਣੀ ਮਾਇਆ ਦੇ ਵਿੱਚ ਹੀ ਪ੍ਰਗਟਾਵਾ ਰੱਖਦਾ ਹੈ। ਬਸ ਮੈਂ ਹੀ ਹਾਂ ਜੀ, ਮੈਂ ਹੀ ਕਰਨਾ। ਜੀਵਨ ਵਿੱਚ ਇਸ ਗੱਲ ਤੋਂ ਬਚਣਾ ਜੀ। ਸੱਚੇ ਪਾਤਸ਼ਾਹ ਕਹਿੰਦੇ ਸਾਧ ਜਨਾ ਕਾ ਦਰਸ਼ਨਾ ਡਿਠਾ। ਕਹਿੰਦੇ ਜਿਹੜੇ ਅਭਿਆਸੀ ਨੇ,
ਜਿਨ੍ਹਾਂ ਨੇ ਸਾਧਨਾ ਕੀਤੀ ਹੈ ਬਾਣੀ ਦੇ ਇਸ ਹੁਕਮ ਅਨੁਸਾਰ, ਉਹਨਾਂ ਦਾ ਤਾਂ ਸਾਨੂੰ ਦਰਸ਼ਨ ਹੀ ਨਹੀਂ ਆਉਂਦੇ ਮਨ ਵਿੱਚ, ਉਹਦਾ ਤਾਂ ਦਰਸ਼ਨ ਹੀ ਨਹੀਂ ਕਰਦਾ ਸਾਡਾ ਮਨ। ਜਿਹੜਾ ਹੰਕਾਰੀ ਹੁੰਦਾ ਉਹਦੇ ਨਾਲ ਬੈਠਦੇ ਹਾਂ ਆਪਾਂ, ਜਿਹੜੇ ਹੰਕਾਰੀ ਹੁੰਦੇ ਆ ਉਹਨਾਂ ਦੇ ਨਾਲ ਰਲਦੇ ਆ। ਮਹਾਰਾਜ ਕਹਿੰਦੇ ਜੀਵਨ ਵਿੱਚ ਐਸੀ ਅਵਸਥਾ ਸਿੱਖ ਦੀ ਬਣ ਜਾਂਦੀ ਹੈ ਜਦੋਂ ਗੁਰਮਤਿ ਨਾਲ ਜੁੜਦਾ ਹੈ, ਕਹਿੰਦੇ ਫਿਰ ਉਹ ਅੱਛੇ ਬੰਦਿਆਂ ਦੇ ਨਾਲ ਰਹਿੰਦਾ, ਸੰਗਤ ਵਿੱਚ ਜੁੜਦਾ। ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰੇ, ਉਹ ਉਹਨਾਂ ਦਾ ਉਦਾਰ ਹੁੰਦਾ। ਉਹ ਫਿਰ ਨਿਮਾਣਿਆਂ ਦੇ ਨਾਲ ਰਹਿੰਦੇ ਨੇ। ਕਹਿੰਦੇ ਫਿਰ ਉਹਨਾਂ ਦੇ ਦਰਸ਼ਨ ਨਹੀਂ ਕਰਦੇ। ਕਹਿੰਦੇ ਜਿਨ੍ਹਾਂ ਨੇ ਹਾਲੇ ਨਾਰਾਇਣ ਨੂੰ ਨਹੀਂ ਜਪਿਆ, ਆਖੋ ਸਤਨਾਮ, ਉਹਨਾਂ ਦੇ ਦਰਸ਼ਨ ਹੀ ਨਹੀਂ ਕਰਦੇ। ਉਹ ਧਿਆਨ ਰੱਖਣਾ, ਐਸੀ ਅਵਸਥਾ ਹੁੰਦੀ ਹੈ। ਕਹਿੰਦੇ ਕਭੂ ਨਾ ਸਮਝੈ ਗਿਆਨ ਗਵਾਰਾ, ਬਹੁਰ ਬਹੁਰ ਲਪਟਿਓ ਜੰਜਾਰਾ। ਇਹ ਰਹਾਉ ਦੀ ਪੰਕਤੀ ਦੇਖਿਓ, ਮਹਾਰਾਜ ਕਹਿੰਦੇ ਇਹ ਸਮਝਦਾ ਹੀ ਨਹੀਂ ਹੈ, ਗਿਆਨਤਾ ਦੇ ਵਿੱਚ ਇਤਨਾ ਖਪਤ ਹੁੰਦਾ। ਕਹਿੰਦੇ ਇਹ ਜੰਜਾਰ ਵਿੱਚ ਹੀ ਲਪਟਿਆ ਰਹਿੰਦਾ। ਕਹਿੰਦੇ ਵਿਖੈ ਨਾਦ ਕਰਨ ਸੁਣ ਪੀਨਾ, ਹਰ ਜਸ ਸੁਣਤ ਆਲਸ ਮਨ ਕੀਨਾ। ਕਹਿੰਦੇ ਉਹ ਜਿਹੜਾ ਵਿਖੈ ਨਾਦ ਹੁੰਦਾ ਨਾ, ਪਿਕਚਰਾਂ ਦਾ ਹੋਰ ਗਾਣਿਆਂ ਦਾ ਜਿਹੜਾ ਸੰਸਾਰ ਦੇ ਵਿੱਚ ਖਪਤ ਕਰਦਾ ਹੈ, ਉਹ ਤਾਂ ਨਾਦ ਚੰਗਾ ਤਰ੍ਹਾਂ ਸੁਣਦਾ, ਉਹਨਾਂ ਦੀ ਆਵਾਜ਼ਾਂ ਸੁਣਦਾ। ਪਰ ਕਹਿੰਦੇ ਜਿਸ ਵੇਲੇ ਹਰੇਕ ਵਿੱਚ ਵਸਦੇ ਰੱਬ ਦਾ ਜਸ ਸੁਣਨਾ ਹੁੰਦਾ, ਬਾਣੀ ਦੇ ਗੁਰਬਾਣੀ ਸੁਣਨੀ ਹੁੰਦੀ ਹੈ, ਮਨ ਕਹਿੰਦਾ ਆਲਸ ਕਰ ਜਾਂਦਾ, ਫਿਰ ਸੌਂ ਜਾਂਦਾ, ਉੱਠਦਾ ਹੀ ਨਹੀਂ ਸਵੇਰੇ। ਐਸੀ ਅਵਸਥਾ ਹੋ ਗਈ ਹੈ। ਕਹਿੰਦੇ ਦ੍ਰਿਸ਼ਟ ਨਾਹੀ ਰੇ ਪੇਖਤ ਅੰਧੇ, ਛੋੜ ਜਾਏ ਝੂਠੇ ਸਭ ਧੰਦੇ ਰਹਾਓ। ਕਹਿੰਦੇ ਜੀਵਨ ਵਿੱਚ ਤੈਨੂੰ ਦ੍ਰਿਸ਼ਟ ਨਹੀਂ ਆ ਰਹੀ। ਕਹਿੰਦੇ ਤੂੰ ਐ ਮਨ ਰੂਪੀ ਅੰਨਿਆ, ਤੂੰ ਦੇਖ ਨਹੀਂ ਪਾ ਰਿਹਾ। ਧਿਆਨ ਰੱਖਣਾ। ਕਹਿੰਦੇ ਆ ਜਿਹੜੇ ਝੂਠੇ ਧੰਦੇ ਨੇ ਸਾਰੇ ਇੱਥੇ ਹੀ ਛੁੱਟ ਜਾਣੇ ਨੇ। ਸੱਚੇ ਪਾਤਸ਼ਾਹ ਕਹਿੰਦੇ ਕਹੋ ਨਾਨਕ ਪ੍ਰਭ ਬਖਸ਼ ਕਰੀਜੈ, ਕਰ ਕਿਰਪਾ ਮੋਹੇ ਸਾਧ ਸੰਗ ਦੀਜੈ। ਮਹਾਰਾਜ ਕਹਿੰਦੇ ਮੇਰੇ ਮਾਲਕ ਮੇਰੇ ਤੇ ਅਭਿਆਸ ਕਰਨ ਦਾ, ਸੰਗ ਕਰਨ ਦਾ, ਮੇਰੇ ਮਨ ਨੂੰ ਕਹਿੰਦੇ ਕਿਰਪਾ ਕਰੋ, ਮੈਂ ਤੇਰੇ ਚਰਨਾਂ ਨਾਲ ਜੁੜ ਸਕਾਂ। ਪ੍ਰਭ ਕਹਿੰਦੇ ਨੇ ਪਰਮੇਸ਼ਰ ਜੋ ਭੌਤਿਕ ਤੱਤ ਵਿੱਚ ਵਸਦਾ, ਸਰੀਰ ਵਿੱਚ ਵਸਦਾ ਹੈ, ਘਟ ਬੈਠੇ ਰੱਬ ਦੀ ਪ੍ਰਤੀ ਅਰਦਾਸ ਕਰਿਓ ਭਾਈ। ਕਹਿੰਦੇ ਤਉ ਕਿਛ ਪਾਈਏ ਜਾਂ ਹੋਈਏ ਰੇਣਾ, ਜਿਸੇ ਬੁਝਾਏ ਤਿਸ ਨਾਮ ਲੈਣਾ ਰਹਾਓ। ਇੱਥੇ ਸ਼ਬਦ ਦੀ ਸਮਾਪਤੀ ਹੈ। ਦੇਖੋ ਮਹਾਰਾਜ ਕਹਿੰਦੇ ਤਾਂ ਇਸ ਜੀਵਨ ਦੀ ਪ੍ਰਾਪਤੀ ਹੋਣੀ ਹੈ ਜਦੋਂ ਆਪਾਂ ਸਭ ਦੀ ਧੂੜੀ ਹੋਵਾਂਗੇ। ਰੇਣ ਦਾ ਅਰਥ ਹੈ ਕਿ ਧੂੜੀ ਹੋਣਾ। ਕਹਿੰਦੇ ਭਾਈ ਆਪਣੇ ਅੰਦਰ ਨਿਮਰਤਾ ਰੱਖਣੀ, ਆਪਣੇ ਆਪ ਨੂੰ ਜਨਾਉਣਾ ਨਹੀਂ, ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਕਹਿਣਾ, ਨਹੀਂ ਤਾਂ ਬੰਦਾ ਹੰਕਾਰੀ ਹੋ ਕੇ ਮਰ ਜਾਂਦਾ। ਭਾਈ ਆਖੋ ਸਤਨਾਮ। ਸੱਚੇ ਪਾਤਸ਼ਾਹ ਜੀ ਦਾ ਇਹ ਉਪਦੇਸ਼ ਹਿਰਦੇ 'ਚ ਵਸਾਉਣਾ, ਗੁਰੂ ਮਹਾਰਾਜ ਜੀ ਦੀ ਬਾਣੀ ਜੀ ਦੀ ਵਿਚਾਰ ਕਰਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਗਲਤੀਆਂ, ਬੇਅਦਬੀਆਂ, ਤਰੁੱਟੀਆਂ ਰਹਿ ਗਈਆਂ ਹਨ ਜੀ। ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਸੰਗਤ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਣ ਯੋਗ ਹਨ। ਫਤਿਹ ਦਾ ਬਾਜਾ ਫਤਿਹ ਵਿੱਚ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।